ਜਿਹੜੇ ਇਹ ਗੱਲ ਕਹਿੰਦੇ ਵੀ ਸਾਡੇ ਕੋਲ ਕਿਸੇ ਪ੍ਰਕਾਰ ਦੀ ਦੇਵੀ ਸ਼ਕਤੀ ਹੈ, ਸਾਡੇ ਕੋਲ ਗੈਬੀ ਸ਼ਕਤੀ ਹੈ, ਤਾਂ ਉਹਨਾਂ ਨੂੰ ਤਰਕਸ਼ੀਲ ਸੁਸਾਇਟੀ 37 ਸਾਲ ਤੋਂ ਖੁੱਲ੍ਹਾ ਚੈਲੰਜ ਕਰਦੀ ਆ ਰਹੀ ਹੈ। ਕਿਉਂਕਿ ਪਿਛਲੇ ਜਨਮ ਜਿਹੜੇ ਨੇ ਪਾਪ ਕੀਤੇ ਸੀਗੇ ਉਹ ਦੁੱਖ ਤਾਂ ਭੋਗਿਆ, 84 ਲੱਖ ਜੂਨਾਂ ਭੋਗਿਆ ਉਹ। ਤੇ ਫਿਰ ਪੂਰਾ ਸੰਸਾਰ, ਪੂਰੇ ਲੋਕ ਪੂਰੀ ਤਰ੍ਹਾਂ ਸੁਖੀ ਹੋਣੇ ਚਾਹੀਦੇ ਸੀਗੇ। ਤਰਕਸ਼ੀਲ ਸੁਸਾਇਟੀ ਪੰਜਾਬ ਦੁਨੀਆ ਭਰ ਦੇ ਉਹਨਾਂ ਬਾਬਿਆਂ ਨੂੰ, ਜੋਤਸ਼ੀਆਂ, ਸਾਧਾਂ, ਤਾਂਤਰਿਕਾਂ ਨੂੰ ਜਿਹੜੇ ਇਹ ਗੱਲ ਕਹਿੰਦੇ ਵੀ ਸਾਡੇ ਕੋਲ ਕਿਸੇ ਪ੍ਰਕਾਰ ਦੀ ਦੇਵੀ ਸ਼ਕਤੀ ਹੈ, ਸਾਡੇ ਕੋਲ ਗੈਬੀ ਸ਼ਕਤੀ ਹੈ, ਜਾਂ ਸਾਡੇ ਕਿਸੇ ਰੱਬ ਦੇ ਨਾਲ ਲਿਵ ਲੱਗੀ ਹੈ, ਤੇ ਅਸੀਂ ਉਹਨਾਂ ਸ਼ਕਤੀਆਂ ਨਾਲ, ਅਸੀਂ ਉਸ ਆਪਦੀ ਭਗਤੀ ਨਾਲ ਕਿਸੇ ਦਾ ਕੁਛ ਵਿਗਾੜ ਸਕਦੇ ਹਾਂ, ਕਿਸੇ ਦਾ ਕੁਛ ਸਵਾਰ ਸਕਦੇ ਹਾਂ, ਤਾਂ ਉਹਨਾਂ ਨੂੰ ਤਰਕਸ਼ੀਲ ਸੁਸਾਇਟੀ 37 ਸਾਲ ਤੋਂ ਖੁੱਲ੍ਹਾ ਚੈਲੰਜ ਕਰਦੀ ਆ ਰਹੀ ਹੈ। 5 ਲੱਖ ਰੁਪਏ ਦਾ ਉਹਨਾਂ ਨੇ ਇਨਾਮ ਰੱਖਿਆ ਸੀ ਵੀ ਕੋਈ ਵੀ ਵਿਅਕਤੀ, ਤਾਂਤਰਿਕ, ਸਾਧ, ਬਾਬਾ, ਸਵਾਮੀ, ਜਿਹੜੇ ਕਹਿੰਦੇ ਵੀ ਸਾਡੇ ਕੋਲੇ ਗੈਬੀ ਸ਼ਕਤੀਆਂ ਨੇ, ਜਾਂ ਅਸੀਂ ਭਗਤੀਆਂ ਰਾਹੀਂ ਭੋਰਿਆਂ 'ਚ ਬਹਿ ਕੇ, ਪਹਾੜਾਂ 'ਤੇ ਜਾ ਕੇ, ਜੰਗਲਾਂ 'ਚ ਜਾ ਕੇ ਅਸੀਂ ਇਹ ਭਗਤੀ ਕਰਕੇ ਇਹ ਸ਼ਕਤੀਆਂ ਹਾਸਲ ਕੀਤੀਆਂ ਨੇ, ਤੇ ਉਹ ਆਪਣੀ ਸ਼ਕਤੀਆਂ ਦੀ ਵਰਤੋਂ ਕਰਕੇ ਸਾਨੂੰ ਵਿਖਾ ਦੇ। ਸਾਡੀਆਂ 23 ਸ਼ਰਤਾਂ ਨੇ, ਉਹਨਾਂ 23 ਸ਼ਰਤਾਂ ਦੇ 'ਚੋਂ ਕੋਈ ਵੀ ਇੱਕ ਸ਼ਰਤ ਜਿਹੜੀ ਪੂਰੀ ਕਰਕੇ ਵਿਖਾ ਦੇ, ਤਾਂ ਤਰਕਸ਼ੀਲ ਸੁਸਾਇਟੀ ਪੰਜਾਬ 5 ਲੱਖ ਦਾ ਇਨਾਮ ਦੇਵੇਗੀ ਉਸ ਨੂੰ। ਔਰ ਇਕੱਲਾ ਇਨਾਮ ਨਹੀਂ ਦੇਵੇਗੀ, ਉਹ ਆਪਣੀ ਸ਼ਕਤੀ ਸਾਬਤ ਕਰਦੇ ਲੋਕਾਂ ਦੇ ਇਕੱਠ ਦੇ ਵਿੱਚ, ਧੋਖਾ ਨਾ ਹੋਣ ਵਾਲੀਆਂ ਹਾਲਤਾਂ ਦੇ ਵਿੱਚ, ਤਾਂ 5 ਲੱਖ ਰੁਪਏ ਇਨਾਮ ਤਾਂ ਦੇਵੇਗੀ ਦੇਵੇਗੀ। ਪਲੱਸ ਕੀ ਹੈ ਕਿ ਤਰਕਸ਼ੀਲ ਸੁਸਾਇਟੀ ਦੇ ਜਿੰਨੇ ਲੱਖਾਂ ਮੈਂਬਰ ਨੇ ਉਹ ਬਾਬੇ ਦੇ ਸ਼ਰਧਾਲੂ ਵੀ ਬਣਨਗੇ। ਪਰ ਅੱਜ ਤੱਕ ਇਹੋ ਜਿਹਾ ਕੋਈ ਨਹੀਂ ਆਇਆ। ਕਈ ਆਏ ਨੇ, ਬਹੁਤ ਸਾਰੇ ਆਏ ਨੇ, ਸੁਸਾਇਟੀ ਦਾ ਚੈਲੰਜ ਸਵੀਕਾਰ ਕੀਤਾ, ਪਰ ਜਦੋਂ ਮੌਕੇ 'ਤੇ ਆ ਕੇ ਜਦੋਂ ਆਏ ਹੀ ਨਹੀਂ ਗਏ, ਜਾਂ ਫਿਰ ਉਹ ਆਪਦੀਆਂ ਸ਼ਕਤੀਆਂ ਨਹੀਂ ਵਿਖਾ ਸਕੇ ਤੇ ਭੱਜ ਗਏ, ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸੇ ਵਿਸ਼ੇ 'ਤੇ ਮੈਂ ਅੱਜ ਗੱਲ ਕਰਨ ਜਾ ਰਿਹਾ ਤਰਕਸ਼ੀਲ ਸੁਸਾਇਟੀ ਵੱਲੋਂ ਕਿ ਅਕਸਰ ਇਹ ਬਾਬੇ, ਸਾਧ, ਤਾਂਤਰਿਕ, ਜੋਤਸ਼ੀ ਜਿਹੜੇ ਗੱਲ ਕਹਿੰਦੇ ਨੇ ਸਾਡੇ ਕੋਲ ਸ਼ਕਤੀਆਂ ਹੈਗੀਆਂ ਨੇ, ਤੇ ਉਹ ਸ਼ਕਤੀਆਂ ਦਾ ਤਰ੍ਹਾਂ ਤਰ੍ਹਾਂ ਦਾ ਲੋਕਾਂ ਦੇ ਵਿੱਚ ਲਿਜਾ ਕੇ ਵੀ ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਤੁਹਾਡੇ ਘਰ ਦਾ ਨੁਕਸਾਨ ਹੋ ਜਾਊਗਾ, ਤੁਹਾਡਾ ਇਹ ਹੋ ਜਾਊਗਾ, ਤੁਹਾਡਾ ਬਿਜ਼ਨਸ ਤਬਾਹ ਹੋ ਜਾਊਗਾ, ਠੀਕ ਹੈ, ਤੇ ਲੋਕਾਂ ਨੂੰ ਡਰਾ ਲੈਂਦੇ, ਡਰਾ ਕੇ ਲੋਕਾਂ ਨੂੰ ਮਗਰ ਲਾ ਲੈਂਦੇ ਨੇ। ਅਕਸਰ ਇਹੋ ਜਿਹੇ ਬਾਬੇ ਕਈ ਵਾਰੀ ਸਾਡੇ ਨਾਲ ਵੀ ਰੂਬਰੂ ਹੋ ਜਾਂਦੇ ਆ। ਉਹਦੇ ਵਿੱਚੋਂ 23 ਸ਼ਰਤਾਂ 'ਚ ਮੈਂ 2-3 ਸ਼ਰਤਾਂ ਦੀ ਗੱਲ ਕਰਦਾ। ਕੋਈ ਇਹਨਾਂ ਗੈਬੀ ਸ਼ਕਤੀਆਂ ਦਾ ਦਾਅਵੇਦਾਰ ਇੱਕ ਮਿੰਟ ਲਈ ਸਾਡੇ ਵੱਲੋਂ ਮਚਾਈ ਹੋਈ ਅੱਗ ਦੇ ਉੱਤੇ ਖੜਾ ਹੋ ਕੇ ਦਿਖਾ ਦੇ। ਅਕਸਰ ਇਹ ਦੇਖਿਆ ਗਿਆ ਕਿ ਬਹੁਤ ਸਾਰੇ ਬਾਬੇ, ਤਾਂਤਰਿਕ ਜਿਹੜੇ ਹੈਗੇ ਆ, ਉਹ ਮਗ ਦੇ ਕੋਲਿਆਂ ਦੇ ਉੱਤੇ ਤੁਰਦੇ ਨੇ ਨੰਗੇ ਪੈਰੀ। ਉਹ ਸਾਡੇ ਮੈਂਬਰ ਵੀ ਤੁਰਦੇ ਆ, ਅਸੀਂ ਵੀ ਤੁਰ ਲੈਣੇ, ਮੈਂ ਵੀ ਤੁਰ ਲੈਣਾ, ਪਰ ਸਾਡੀ ਸ਼ਰਤ ਇਹ ਵੀ ਉਹ 1 ਮਿੰਟ ਲਈ, ਅੱਧੇ ਮਿੰਟ ਲਈ, ਚੱਲ ਮਿੰਟ ਵੀ ਤਾਂ ਬਹੁਤ ਦੂਰ ਆ, ਅੱਧੇ ਮਿੰਟ ਲਈ ਉਹ ਇੱਕ ਥਾਂ ਉਹਨਾਂ ਕੋਲਿਆਂ 'ਤੇ ਖੜ ਕੇ ਦਿਖਾ ਦੇ। ਕੋਈ ਚੀਜ਼ ਆਪਦੀ ਤਾਂਤਰਿਕ ਸ਼ਕਤੀ ਨਾਲ, ਆਪਦੀ ਭਗਤੀ ਨਾਲ, ਆਪਦੀ ਕਰਾਮਾਤ ਨਾਲ ਜਿਹੜੀ ਚੀਜ਼ ਅਸੀਂ ਮੰਗਾਂਗੇ, ਸਾਨੂੰ ਹਵਾ ਦੇ ਵਿੱਚ ਪੈਦਾ ਕਰਕੇ ਦਿਖਾ ਦੇ। ਜਿਹੜੇ ਕਹਿੰਦੇ ਨੇ ਕਿ ਸਾਡੀਆਂ ਸ਼ਕਤੀਆਂ ਜਿਹੜੀਆਂ ਸਾਡੇ ਕੋਲ ਸ਼ਕਤੀਆਂ ਨੇ, ਇਹਨਾਂ ਸ਼ਕਤੀਆਂ ਨੂੰ ਨਾ ਅੱਗ ਮਚਾ ਸਕਦੀ ਹੈ, ਸਾੜ ਸਕਦੀ ਹੈ, ਨਾ ਇਹਨੂੰ ਪਾਣੀ ਡੋਬ ਸਕਦਾ ਹੈ, ਨਾ ਇਹਨੂੰ ਹਵਾ ਰੋਕ ਸਕਦੀ ਹੈ, ਉਹਨਾਂ ਵਾਸਤੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਉਹ ਪਾਣੀ 'ਤੇ ਤੁਰ ਕੇ ਦਿਖਾ ਦੇ। ਸਾਡੀਆਂ ਸ਼ਰਤਾਂ ਦੇ ਵਿੱਚ ਇੱਕ ਸ਼ਰਤ ਇਹ ਹੈਗੀ ਹੈ ਵੀ ਜਿੰਦਾ ਲੱਗੇ ਕਮਰੇ ਦੇ ਵਿੱਚੋਂ, ਜਿੰਦਾ ਅਸੀਂ ਲਾਵਾਂਗੇ
ਉਹਨੂੰ ਅੰਦਰ ਬੰਦ ਕਰਾਂਗੇ, ਬਾਹਰੋਂ ਜਿੰਦਾ ਲਾ ਦਿਆਂਗੇ ਲੋਕਾਂ ਦੇ ਇਕੱਠ ਦੇ ਵਿੱਚ। ਜਿੰਦਾ ਲੱਗੇ ਕਮਰੇ ਦੇ ਵਿੱਚੋਂ ਆਪਦੀਆਂ ਸ਼ਕਤੀਆਂ ਨਾਲ, ਆਪਦੀ ਕਰਾਮਾਤ ਨਾਲ, ਆਪਦੀ ਭਗਤੀ ਨਾਲ ਬਾਹਰ ਨਿਕਲ ਕੇ ਵਿਖਾ ਦੇ, ਤਾਂ ਅਸੀਂ 5 ਲੱਖ ਰੁਪਏ ਦੇਣ ਨੂੰ ਤਿਆਰ ਹਾਂ। ਇਸ ਤੋਂ ਅੱਗੇ ਇੱਕ ਹੋਰ ਜਿਹੜੀ ਹੈਗੀ ਆ, ਬਹੁਤ ਸਾਰੇ ਬਾਬੇ, ਤਾਂਤਰਿਕ, ਜੋਸ਼ੀ, ਗੈਬੀ ਸ਼ਕਤੀਆਂ ਦੇ, ਬੜਾ ਲੰਮਾ ਨਾਮ ਲਈਏ ਆਪਾਂ ਤਾਂ ਗੈਬੀ ਸ਼ਕਤੀਆਂ ਦੇ ਦਾਅਵੇਦਾਰ ਜਿਹੜੇ ਹੈਗੇ ਆ, ਉਹ ਅਕਸਰ ਇਹ ਦਾਅਵਾ ਕਰਦੇ ਨੇ ਕਿ ਜੇਕਰ ਤੁਸੀਂ ਗੱਲ ਨਹੀਂ ਮੰਨਦੇ ਜਾਂ ਤੁਸੀਂ ਮਤਲਬ ਕਰਦੇ ਕਿ ਤੇ ਅਸੀਂ ਤੁਹਾਨੂੰ ਸ਼ਕਤੀ ਦਿਖਾ ਸਕਦੇ ਹਾਂ, ਅਸੀਂ ਤੁਹਾਨੂੰ ਸ਼ਕਤੀਆਂ ਦੇ ਦਰਸ਼ਨ ਕਰਵਾ ਸਕਦੇ ਹਾਂ। ਤਾਂ ਉਹਨਾਂ ਬਾਬਿਆਂ ਨੂੰ, ਉਹਨਾਂ ਸੰਤਾਂ ਨੂੰ, ਉਹਨਾਂ ਮਤਲਬ ਜਿਹੜੇ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ, ਚਾਹੇ ਉਹਨਾਂ ਦੀ ਰੱਬ ਨਾਲ ਲਿਵ ਲੱਗੀ ਹੈ, ਚਾਹੇ ਉਹਨਾਂ ਨੇ ਭਗਤੀਆਂ ਕੀਤੀਆਂ ਨੇ, ਕੁਛ ਵੀ ਕੀਤਾ, ਉਹ ਆਪਦੀਆਂ ਸ਼ਕਤੀਆਂ ਦਾ ਪ੍ਰਯੋਗ ਕਰਕੇ ਸਾਡੇ ਕਿਸੇ ਵੀ ਮੈਂਬਰ ਨੂੰ ਆਪਦੀ ਪ੍ਰਾਰਥਨਾ, ਦੁਆ, ਬੇਨਤੀ, ਜੋ ਕੁਛ ਵੀ ਨਹੀਂ ਕਰਨਾ ਹੈਗਾ, ਉਹ ਕਰਕੇ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਇੱਕ ਉਹਨੂੰ ਟਾਈਮ ਮੁਕੱਰਰ ਕਰਨਾ ਪਊ ਵੀ ਇੰਨੇ ਟਾਈਮ ਦੇ ਵਿੱਚ, ਇੰਨੇ ਘੰਟਿਆਂ 'ਚ, ਇੰਨੇ ਦਿਨਾਂ 'ਚ ਮੈਂ ਤੁਹਾਨੂੰ ਇਹ ਸਰੀਰਕ ਨੁਕਸਾਨ ਪਹੁੰਚਾ ਸਕਦਾ ਅਤੇ ਤੁਹਾਡੇ ਸਰੀਰਕ ਤੋਂ ਹੀ ਤੁਹਾਨੂੰ ਮੇਰੀਆਂ ਸ਼ਕਤੀਆਂ ਦਾ ਪਤਾ ਲੱਗੂਗਾ। ਔਰ ਤੁਸੀਂ ਮੰਨੋਗੇ, ਜਦੋਂ ਤੁਹਾਡੇ ਸਰੀਰ ਨੂੰ ਇਹਨਾਂ ਸ਼ਕਤੀਆਂ ਨੇ ਦੁੱਖ ਪਹੁੰਚਾਇਆ, ਤੁਹਾਡੇ ਲਈ ਸਮੱਸਿਆਵਾਂ ਖੜੀਆਂ ਕਰਨਗੀਆਂ, ਤੇ ਤੁਸੀਂ ਮੰਨੋਗੇ ਵੀ ਹਾਂ ਭਾਈ ਸ਼ਕਤੀਆਂ ਹੁੰਦੀਆਂ ਨੇ। ਸਾਡਾ ਉਹਨਾਂ ਨੂੰ ਖੁੱਲ੍ਹਾ ਚੈਲੰਜ ਹੈ ਵੀ ਤੁਸੀਂ ਆਪਦੀ ਭਗਤੀ ਰਾਹੀਂ, ਆਪਦੀ ਸ਼ਕਤੀ ਰਾਹੀਂ ਜਿਹੜਾ ਤੁਸੀਂ ਚੈਲੰਜ ਕਰਦੇ ਹੋ ਵੀ ਭਾਈ ਤੁਹਾਨੂੰ ਇਸ ਚੀਜ਼ ਦਾ ਅਸੀਂ ਆਪਦੀ ਭਗਤੀ ਸ਼ਕਤੀ ਵਰਤਾਂਗੇ। ਸ਼ਰਤ ਸਾਡੀ ਇਹ ਹੈਗੀ ਆ ਕਿ ਤੁਸੀਂ ਆਪਦੇ ਸਥਾਨ 'ਤੇ, ਆਪਦੇ ਭੋਰੇ 'ਚ, ਆਪਦੀ ਜਗ੍ਹਾ 'ਤੇ ਬਹਿ ਕੇ ਨਹੀਂ, ਜਨਤਕ ਤੌਰ 'ਤੇ ਆ ਕੇ ਚੈਲੰਜ ਕਰੋ। ਔਰ ਜਿਹੜੀ ਤੁਸੀਂ ਆਪਦੀ ਸ਼ਕਤੀ ਕਰਨੀ ਹੈ, ਕੋਈ ਆਪਦੀ ਪ੍ਰਾਰਥਨਾ ਕਰਨੀ ਹੈ, ਦੁਆ ਕਰਨੀ ਹੈ, ਬੇਨਤੀ ਕਰਨੀ ਹੈ ਕਿਸੇ ਰੱਬ ਅੱਗੇ, ਕਿਸੇ ਸ਼ਕਤੀ ਅੱਗੇ, ਕਿਸੇ ਜਿਹਦੇ ਅੱਗੇ ਵੀ ਕਰਨੀ ਤੁਸੀਂ, ਤਾਂ ਜਨਤਕ ਤੌਰ 'ਤੇ ਤੁਸੀਂ ਕਰੋ ਅਤੇ ਉੱਥੇ ਤੁਸੀਂ ਇਹ ਚੀਜ਼ ਦੇ ਲਿਖਤੀ ਰੂਪ 'ਤੇ ਦਿਓ ਵੀ ਭਾਈ ਇੰਨੇ ਸਮੇਂ ਦੇ ਵਿੱਚ ਤੇਰੇ ਸਰੀਰ ਨੂੰ ਆਹ ਸਮੱਸਿਆ ਆਊਗੀ ਸਾਡੀਆਂ ਸ਼ਕਤੀਆਂ ਦੇ ਕਾਰਨ, ਤੇਰਾ ਐਕਸੀਡੈਂਟ ਹੋਊਗਾ, ਤੇਰਾ ਹਾਰਟ ਅਟੈਕ ਹੋਊਗਾ, ਤੈਨੂੰ ਕੋਈ ਹੋਰ ਸਮੱਸਿਆ ਆਊਗੀ। ਉਸ ਚੀਜ਼ ਦਾ ਉਹ ਦਾਅਵਾ ਕਰਨ। ਔਰ ਜਿਹੜੇ ਵੀ ਸਾਡੇ ਕਿਸੇ ਮੈਂਬਰ ਪ੍ਰਤੀ ਇਹ ਦਾਅਵਾ ਕਰਦੇ ਨੇ ਵੀ ਭਈ ਇਹ ਮੈਂਬਰ ਨੂੰ ਸਾਡੀਆਂ ਸ਼ਕਤੀਆਂ, ਸਾਡੀਆਂ ਭਗਤੀਆਂ, ਸਾਡੀਆਂ ਕਰਾਮਾਤਾਂ, ਠੀਕ ਹੈ, ਇਹ ਨੁਕਸਾਨ ਨੂੰ ਇੰਨੇ ਸਮੇਂ ਦੇ ਵਿੱਚ ਪਹੁੰਚਾ ਦੇਣਗੀਆਂ। ਜੇਕਰ ਉਹ ਸਾਡੇ ਮੈਂਬਰ ਨੂੰ ਇਹ ਨੁਕਸਾਨ ਪਹੁੰਚ ਜਾਂਦਾ ਹੈ ਤਾਂ ਅਸੀਂ 5 ਲੱਖ ਰੁਪਏ ਵੀ ਦੇਵਾਂਗੇ ਅਤੇ ਅਸੀਂ ਆਪਦੇ ਦਫ਼ਤਰ 'ਤੇ ਆਪਦੇ ਜਿਹੜੇ ਹੈਗੇ ਸਾਰਾ ਕੁਛ ਆਪਦਾ ਬੰਦ ਕਰ ਦਿਆਂਗੇ। ਸਾਨੂੰ ਇਸ ਚੀਜ਼ ਦਾ ਖੁੱਲ੍ਹਾ ਚੈਲੰਜ ਹੈ। ਪਰ ਇਹ ਨਹੀਂਗਾ ਵੀ ਹਾਂ ਭਾਈ ਤੈਨੂੰ ਸਮਾਂ ਪਾ ਕੇ ਇਹਦਾ ਪਤਾ ਲੱਗੂਗਾ। ਸੋ ਉਹ ਸਾਡੇ ਨਾਲ ਇੱਕ ਨਿਸ਼ਚਿਤ ਸਮਾਂ ਤੈਅ ਕਰੇ ਵੀ ਆਪਦੀ ਭਗਤੀ ਨਾਲ, ਆਪਦੀ ਸ਼ਕਤੀ ਨਾਲ ਇੰਨੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਆਹ ਸਰੀਰਕ ਨੁਕਸਾਨ ਪਹੁੰਚਾਊਂਗਾ ਜਾਂ ਤੁਹਾਨੂੰ ਸਰੀਰਕ ਤੌਰ ਦੇ ਉੱਤੇ ਆਹ ਚੀਜ਼ ਦਾ ਅਹਿਸਾਸ ਹੋਊਗਾ। ਇਹਦੇ ਵੀ ਸਾਡਾ ਖੁੱਲ੍ਹਾ ਚੈਲੰਜ ਹੈ। ਹੁਣ ਜੇ ਉਹ ਵਿਅਕਤੀ ਗੱਲ ਕਰਦਾ ਹੈ ਵੀ ਨਹੀਂ ਜੀ ਤੁਹਾਨੂੰ ਸਮਾਂ ਪਾ ਕੇ, ਦੇਖੋ ਸਮਾਂ ਤਾਂ ਜਿਹੜਾ ਸਾਡੀ ਜ਼ਿੰਦਗੀ ਹੈ, ਚੱਲਦੀ ਹੈ, ਇੱਕ ਰਫ਼ਤਾਰ ਹੈ। ਕਿਸੇ ਟਾਈਮ ਅੱਜ ਦਾ ਜਿਹੜਾ ਮਾਹੌਲ ਹੈ, ਅਸੀਂ ਸੜਕ 'ਤੇ ਨਿਕਲਦੇ ਹਾਂ, ਅਸੀਂ ਬਾਜ਼ਾਰਾਂ 'ਚ ਨਿਕਲਦੇ ਹਾਂ, ਅਸੀਂ ਰੋਡਾਂ 'ਤੇ ਜਾਂਦੇ ਹਾਂ, ਸਫ਼ਰ ਕਰਦੇ ਹਾਂ, ਉੱਥੇ ਹੁਣ ਕੁਛ ਵੀ ਹਾਦਸਾ ਹੋ ਸਕਦਾ ਕਿਸੇ ਨਾਲ ਵੀ, ਕਦੇ ਵੀ, ਕਿਸੇ ਵੀ ਪਲ। ਇਹ ਤੈਅ ਨਹੀਂ ਹੈ। ਪਰ ਇਹੋ ਜਿਹੇ ਲੋਕ ਕੀ ਕਰਦੇ ਨੇ ਵੀ ਹਾਂ ਜੀ ਤੁਹਾਨੂੰ ਪਤਾ ਲੱਗੂਗਾ, ਅਸੀਂ ਆਪਦੀ ਬੇਨਤੀ ਕਰਤੀ, ਪ੍ਰਾਰਥਨਾ ਕਰਤੀ, ਦੁਆ ਕਰਤੀ, ਜਾਂ ਅਸੀਂ ਆਪਦੀ ਸ਼ਕਤੀ ਵਰਤਤੀ ਅਤੇ ਤੁਹਾਨੂੰ ਮਤਲਬ ਜਿਹੜਾ ਹੈਗਾ ਹੈ ਅਹਿਸਾਸ ਹੋਊਗਾ, ਤੁਹਾਨੂੰ ਪਤਾ ਲੱਗੂਗਾ,
ਤੁਹਾਨੂੰ ਸਰੀਰਕ ਤੌਰ ਤੇ ਸਮੱਸਿਆ ਆਊਗੀ। ਉਹ ਸਮੱਸਿਆ ਕੀ, ਉਹਦਾ ਕਦੋਂ ਆਊਗੀ? 6 ਮਹੀਨੇ ਹੋਊਗੀ, ਸਾਲ ਨੂੰ ਹੋਊਗੀ, 2 ਸਾਲ ਨੂੰ ਆਊਗੀ। ਤੇ ਸਮੱਸਿਆਵਾਂ ਤਾਂ ਆਉਂਦੀਆਂ ਰਹਿੰਦੀਆਂ ਨੇ। ਕਿਸੇ ਸਮੱਸਿਆ ਦਾ ਕੋਈ ਟਾਈਮ ਨਹੀਂ ਹੈ। ਕਦੋਂ ਸਾਨੂੰ ਕਿਹੜੀ ਸਮੱਸਿਆ ਘੇਰ ਲੇ, ਕਦੋਂ ਕਿਹੜੀ ਸਮੱਸਿਆ ਸਾਡੇ ਸਾਹਮਣੇ ਆ ਜੇ। ਸੋ ਸਾਡਾ ਇਹਨਾਂ ਗੱਲਾਂ ਤੇ ਖੁੱਲ੍ਹਾ ਚੈਲੰਜ ਹੈ ਵੀ ਕੋਈ ਵੀ ਬਾਬਾ, ਤਾਂਤਰਿਕ, ਸਾਧ, ਜੋਤਸ਼ੀ, ਪਹੁੰਚਿਆ ਹੋਇਆ ਸੰਤ ਜਿਹੜਾ ਕਹਿੰਦਾ ਵੀ ਮੇਰੀ ਤਾਂ ਸਿੱਧੀ ਰੱਬ ਨਾਲ ਧੁਰ ਲੱਗਿਆ ਹੋਇਆ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਹੈ, ਸਾਡਾ ਉਹਨੂੰ ਚੈਲੰਜ ਹੈ। ਤੁਸੀਂ ਕਿਸੇ ਪ੍ਰਕਾਰ ਦੀ ਆਪਦੀ ਸ਼ਕਤੀ ਦਿਖਾਉਣਾ ਚਾਹੁੰਦੇ ਹੋ ਤਾਂ ਅਸੀਂ ਤਿਆਰ ਹਾਂ, ਪਰ ਸਾਡੀ ਇੱਕੋ ਸ਼ਰਤ ਹੈ ਕਿ ਉਸ ਸ਼ਕਤੀ ਦਾ ਇੱਕ ਸਮਾਂ ਨਿਸ਼ਚਿਤ ਤੁਹਾਨੂੰ ਕਰਨਾ ਪਊਗਾ ਵੀ ਇੰਨੇ ਸਮੇਂ ਦੇ ਵਿੱਚ, ਇੰਨੇ ਘੰਟਿਆਂ ਦੇ ਵਿੱਚ, ਇੰਨੇ ਦਿਨਾਂ ਦੇ ਵਿੱਚ ਸਾਡਾ ਚਮਤਕਾਰ ਤੁਹਾਡੇ 'ਤੇ ਅਸਰ ਕਰੂਗਾ। ਚਾਹੇ ਉਹ ਸਰੀਰਕ ਤੌਰ 'ਤੇ ਕਰਦਾ, ਕਿਸੇ ਤੌਰ 'ਤੇ ਕਰਦਾ ਹੈਗਾ, ਉਹ ਤੁਹਾਨੂੰ ਖੁੱਲ੍ਹਾ ਕਰਨਾ ਪਊਗਾ। ਸੋ ਸਾਡੀ ਕਹਿਣ ਦਾ ਭਾਵ ਇਹੀ ਹੈ, ਮੇਰੇ ਪਿਆਰੇ ਲੋਕੋ, ਜਾਗਰਤ ਹੋਵੋ। ਇਹ ਲੋਕ ਇਹੋ ਜਿਹੀਆਂ ਗੱਲਾਂ ਦੇ ਨਾਲ ਆਮ ਲੋਕਾਂ ਨੂੰ ਭਰਮਾ ਲੈਂਦੇ ਆ। ਹੁਣ ਚੰਗਾ ਮਾੜਾ ਹਰੇਕ ਨਾਲ ਵਾਪਰਦਾ। ਅਸੀਂ ਤਰਕਸ਼ੀਲ ਲੋਕ ਹਾਂ, ਸਾਡੇ ਕੋਲ ਗਿਆਨ ਹੈ, ਸਾਡੇ ਕੋਲ ਵਿਗਿਆਨ ਹੈ, ਸਾਡੇ ਕੋਲ ਤਰਕ ਹੈ, ਅਤੇ ਜ਼ਿੰਦਗੀ ਜਿਉਣ ਦਾ ਸਾਡੇ ਕੋਲ ਨਜ਼ਰੀਆ ਵੀ ਹੈਗਾ। ਪਰ ਜੇ ਮੁਸ਼ਕਿਲਾਂ ਦੀ ਗੱਲ ਕਰੀਏ, ਸਮੱਸਿਆਵਾਂ ਦੀ ਗੱਲ ਕਰੀਏ, ਤਾਂ ਸਾਨੂੰ ਵੀ ਉਨੀਆਂ ਹੀ ਦਰਪੇਸ਼ ਆਉਂਦੀਆਂ ਨੇ, ਉਨੀਆਂ ਮੁਸ਼ਕਿਲਾਂ ਨਾਲ ਸਾਨੂੰ ਵੀ ਸਾਹਮਣਾ ਕਰਨਾ ਪੈਂਦਾ ਜਿੰਨਿਆਂ ਨਾਲ ਤੁਸੀਂ ਕਰਦੇ ਹੋ। ਪਰ ਅਸੀਂ ਆਪਣੀਆਂ ਮੁਸ਼ਕਿਲਾਂ ਦਾ ਹੱਲ ਅਸੀਂ ਆਪ ਕਰ ਲੈਂਦੇ ਹਾਂ। ਸਾਨੂੰ ਕਿਸੇ ਦੇਵੀ ਸ਼ਕਤੀ ਵਾਲੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਨਾ ਦੇਵੀ ਸ਼ਕਤੀ ਕੋਈ ਹੁੰਦੀ ਹੈ। ਸਾਨੂੰ ਪਤਾ ਵੀ ਸਾਡੀ ਸਮੱਸਿਆ ਕਿੱਥੋਂ ਪੈਦਾ ਹੋਈ, ਕਿਵੇਂ ਪੈਦਾ ਹੋਈ। ਚਾਹੇ ਫਿਜ਼ੀਕਲ ਹੈ, ਸਾਡੇ ਸਰੀਰ 'ਤੇ ਹੈ, ਸਾਨੂੰ ਸਰੀਰ ਨੂੰ ਕੋਈ ਬਿਮਾਰੀ ਲੱਗ ਗਈ ਤਾਂ ਸਾਨੂੰ ਪਤਾ ਵੀ ਬਿਮਾਰੀ ਲੱਗੀ ਕਿਉਂ ਅਤੇ ਕਿੱਥੋਂ ਲੱਗੀ ਹੈ। ਅੱਜ ਵਾਤਾਵਰਨ ਪ੍ਰਦੂਸ਼ਿਤ ਹੈ, ਸਾਡਾ ਖਾਣਾ ਪ੍ਰਦੂਸ਼ਿਤ ਹੈ, ਹਵਾ ਦੇ ਵਿੱਚ ਪ੍ਰਦੂਸ਼ਿਤ ਹੈ, ਔਰ ਬਿਮਾਰੀਆਂ ਜਿਹੜੀਆਂ ਲੱਗ ਰਹੀਆਂ ਨੇ ਸਾਡੇ ਸਰੀਰਾਂ ਨੂੰ। 99% ਬੰਦਾ ਬਿਮਾਰ ਹੈ। ਅਸੀਂ ਸੜਕ 'ਤੇ ਨਿਕਲਦੇ ਹਾਂ, ਐਕਸੀਡੈਂਟ ਹੋ ਰਹੇ, ਲੋਕ ਮਰ ਰਹੇ ਨੇ, ਹੋਰ ਬੜਾ ਕੁਛ ਇਹੋ ਜਿਹਾ ਵਾਪਰ ਰਿਹਾ। ਤਾਂ ਇਹ ਵਰਤਾਰਾ ਜਿਹੜਾ ਹੈਗਾ ਵਾਪਰਦਾ, ਇਹਦੇ ਵਿੱਚ ਬਹੁਤ ਸਾਰੇ ਕਾਰਨ ਕੰਮ ਕਰਦੇ ਨੇ। ਕਿਤੇ ਸਿਸਟਮ ਕੰਮ ਕਰ ਰਿਹਾ, ਕਿਤੇ ਸਾਡੀ ਆਰਥਿਕਤਾ ਕੰਮ ਕਰ ਰਹੀ ਹੈ, ਕਿਤੇ ਸਾਡੀ ਸਮਾਜਿਕ ਸਮੱਸਿਆਵਾਂ ਕੰਮ ਕਰ ਰਹੀਆਂ ਨੇ। ਤੇ ਇਹ ਮੁਸ਼ਕਿਲਾਂ ਦਾ ਜਿਹੜਾ ਅਸੀਂ ਸਮਝਦੇ ਹਾਂ ਕਿ ਬਹੁਤਾ ਵੱਡਾ ਕਾਰਨ ਸਾਡੀ ਅਗਿਆਨਤਾ ਦੇ ਵਿੱਚ ਪਿਆ, ਸਾਡੀ ਸੋਚ ਦੇ ਵਿੱਚ ਪਿਆ। ਜੇਕਰ ਸਾਡੀ ਸੋਚ ਤਰਕਵਾਦੀ ਹੋਊਗੀ, ਸਾਡੀ ਸੋਚ ਵਿਗਿਆਨਕ ਹੋਊਗੀ, ਤਾਂ ਅੱਧੀਆਂ ਸਮੱਸਿਆਵਾਂ ਦਾ ਹੱਲ ਤਾਂ ਅਸੀਂ ਆਪ ਹੀ ਕਰ ਲਾਂਗੇ। ਸਾਨੂੰ ਬਸ ਕਿ ਇਹਨਾਂ ਬਾਬਿਆਂ ਕੋਲ ਜਾਣ ਦੀ ਲੋੜ ਨਹੀਂ ਹੈ। ਪਰ ਸਾਨੂੰ ਉਲਝਾਉਂਦੇ ਕਿੱਥੇ ਹੈ? ਕੋਈ ਵਿਅਕਤੀ ਬਿਮਾਰ ਹੈ, ਉਹਨੂੰ ਬਿਮਾਰੀਆਂ ਚੰਬੜ ਗਈਆਂ, ਇਹਦਾ ਭਾਈ ਤੂੰ ਪਿਛਲੇ ਜਨਮਾਂ ਦੇ ਵਿੱਚ ਕੋਈ ਮਾੜੇ ਕਰਮ ਕੀਤੇ ਸੀ, ਇਸ ਕਰਕੇ ਤੈਨੂੰ ਇਸ ਜਨਮ ਦੇ ਵਿੱਚ ਸਜ਼ਾ ਮਿਲਦੀ ਹੈ। ਹੁਣ ਆਪਾਂ ਜਨਮਾਂ ਦੀ ਗੱਲ ਕਰਦੇ ਹਾਂ। ਇੱਕ ਪਾਸੇ ਇਹ ਬਾਬੇ ਕਹਿੰਦੇ ਨੇ, ਜਾਂ ਇਹ ਫਲਸਫਾ ਕਹਿੰਦਾ ਹੈ ਵੀ ਇੱਕ ਵਿਉ ਮਤ ਹੈ, ਉਹ ਸਾਡੇ ਇੱਥੇ ਮੱਥੇ 'ਤੇ ਕਹਿੰਦੇ ਕਰਮ ਲਿਖਦੀ ਹੈ ਵੀ ਤੁਸੀਂ ਸੰਸਾਰ ਜਾ ਕੇ ਕਿਹੜੇ ਕਰਮ ਕਰਨੇ ਆ। ਦੂਜੇ ਪਾਸੇ ਇੱਕ ਧਰਮ ਰਾਜ ਹੈ, ਉਹ ਕਹਿੰਦੇ ਵੀ ਸਾਡੇ ਮਰਨ ਤੋਂ ਬਾਅਦ ਲੇਖਾ ਲੈਂਦਾ ਵੀ ਤੁਸੀਂ ਕੀ ਕਰਮ ਕਰਕੇ ਆਏ ਹੋ। ਬੜੀ ਕਮਾਲ ਦੀ ਗੱਲ ਹੈ ਯਾਰ। ਕਦੇ ਦਿਮਾਗ ਲਾਇਆ ਕਿਸੇ ਨੇ ਵੀ ਜਦੋਂ ਸਾਨੂੰ ਵਿਉ ਮਾਤਾ ਨੇ ਸਾਡੇ ਮੱਥੇ 'ਤੇ ਕਰਮ ਲਿਖ ਕੇ ਸਾਨੂੰ ਭੇਜਤਾ ਵੀ ਤੁਸੀਂ ਆਹ ਕਰਮ ਕਰਨੇ ਆ, ਤਾਂ ਅਸੀਂ ਉਹ ਕਰਮ ਕਰ ਰਹੇ ਹਾਂ। ਫਿਰ ਇਹ ਧਰਮ ਰਾਜ ਕੌਣ ਆ ਯਾਰ ਸਾਡੇ ਕੋਲ ਹਿਸਾਬ ਲੈਣ ਵਾਲਾ? ਫਿਰ ਉਹ ਵਿਉ ਮਾਤਾ ਜਾ ਕੇ ਹਿਸਾਬ ਲਵੇ ਉਹ ਵੀ ਤੂੰ ਇਹ ਬੰਦੇ ਦੇ ਕਰਮ ਲਿਖ ਕੇ ਭੇਜੇ ਸੀ ਭਾਈ, ਇਹੋ ਜਿਹੇ ਕਰਮ ਕਿਉਂ ਲਿਖੇ ਆ? ਸਾਥੋਂ ਕੋਈ ਹਿਸਾਬ ਲੈਂਦਾ? ਉਹ ਵਿਉ ਮਾਤਾ ਹਿਸਾਬ ਲਵੇ ਜਿਹਨੇ ਸਾਡੇ ਕਰਮ ਲਿਖ ਕੇ ਭੇਜੇ ਆ। ਪਰ ਨਹੀਂ, ਇਹ ਕੋਈ ਸਵਾਲ ਨਹੀਂ ਕਰਦਾ। ਅਸੀਂ ਗੱਲ ਲਿਆ। ਦੂਜੀ ਗੱਲ ਜਿਹੜੇ ਕਹਿੰਦੇ ਨੇ ਕਿ ਤੁਸੀਂ ਭਾਈ ਪਿਛਲੇ ਜਨਮਾਂ 'ਚ ਮਾੜੇ ਕਰਮ ਕੀਤੇ ਆ, ਇਹ ਜਨਮ ਦੇ ਵਿੱਚ ਤੁਸੀਂ ਆਪਦਾ ਜਿਹੜਾ ਹੈਗਾ ਭਜਨ ਬੰਦਗੀ ਸਿਮਰਨ ਕਰੋ, ਅਗਲਾ ਜਨਮ ਤੁਹਾਡਾ ਇਹ ਜਿਹੜਾ ਕੱਟਿਆ ਜਾਊਗਾ, ਥੋੜ੍ਹੀ 84 ਕੱਟੀ ਜਾਊ। 84 ਲੱਖ ਜੂਨਾਂ ਦਾ ਵੇਰਵਾ ਦਿੰਦੇ ਨੇ। ਹੁਣ ਇੱਥੇ ਮੈਂ ਇਹਨਾਂ ਬਾਬਿਆਂ ਨੂੰ ਜਿਹੜੇ ਇਹ ਗੱਲ ਕਹਿੰਦੇ ਨੇ, ਮੈਂ ਇੱਕ ਸਵਾਲ ਕਰਦਾ, ਔਰ ਇਹਦਾ ਮੇਰੇ ਸਵਾਲ ਦਾ ਜਵਾਬ ਦੇਣਾ ਹੈ
ਵੀ 84 ਲੱਖ ਜੂਨ ਇਹ ਕਹਿੰਦੇ ਨੇ ਹੈਗੀ ਆ। ਕੋਈ ਵਿਅਕਤੀ ਮਾੜੇ ਕਰਮ ਕਰਦਾ, ਉਸ ਤੋਂ ਬਾਅਦ ਉਹਨੂੰ ਧਰਮਰਾਜ, ਵਿਆਹ ਮਾਤਾ, ਜਿਹੜੇ ਵੀ ਉੱਥੇ ਬੈਠੇ ਨੇ, ਮੈਨੂੰ ਨਹੀਂ ਪਤਾ ਕੌਣ ਬੈਠੇ ਨੇ, ਹਾਲਾਂਕਿ ਅਸੀਂ ਤਾਂ ਕਹਿੰਦੇ ਵੀ ਉੱਥੇ ਕੁਛ ਨਹੀਂ ਹੈ ਇਹ, ਔਰ ਇਹਨਾਂ ਦਾ ਮਤਲਬ ਸਾਰਾ ਕੁਛ ਰਚਿਆ ਹੋਇਆ, ਪਰ ਜੋ ਇਹ ਕਹਿੰਦੇ ਨੇ ਵੀ ਉੱਥੇ ਬੈਠੇ ਨੇ ਭਾਈ, ਉਹ ਤੁਹਾਨੂੰ ਜੂਨਾਂ 'ਚ ਭੇਜਦੇ ਨੇ। ਮੇਰਾ ਸਵਾਲ ਹੈ ਇਹਨਾਂ ਨੂੰ ਵੀ ਇੱਕ ਬੰਦੇ ਨੇ ਮਾੜੇ ਕਰਮ ਕੀਤੇ, ਉੱਥੇ ਚਲਾ ਗਿਆ, ਉਹਨੂੰ ਮਤਲਬ ਵੱਖਰੀਆਂ ਵੱਖਰੀਆਂ ਜੂਨਾਂ 'ਚ ਪਾਤਾ ਸਜ਼ਾ ਭੋਗਣ ਵਾਸਤੇ। ਉਹ ਸੱਪ ਬਣ ਗਿਆ, ਉਹ ਕੁੱਤਾ ਬਣ ਗਿਆ, ਉਹ ਸੂਰ ਬਣ ਗਿਆ, ਠੀਕ ਹੈ, ਉਹ ਬਲਦ ਬਣ ਗਿਆ, ਬਲਦ ਬਣ ਕੇ ਮੋਢੇ 'ਤੇ ਪੰਜਾਲੀ ਰੱਖ ਕੇ ਖਿੱਚੀ ਗਿਆ, ਉਹ ਹੋਰ ਉਹੋ ਜਿਹੀਆਂ ਜੂਨਾਂ ਪੈ ਗਈਆਂ, ਜੂਨਾਂ 'ਚ ਪੈ ਗਿਆ ਜਿਨ੍ਹਾਂ ਜੂਨਾਂ ਨੂੰ ਮਾੜੀਆਂ ਗਿਣੀਆਂ ਜਾਂਦੀਆਂ ਨੇ। ਤਾਂ ਉਹ ਜਿਹੜੇ ਉਹਨੇ ਮਾੜੇ ਕਰਮ ਕੀਤੇ ਸੀ, ਉਹ ਮਾੜੇ ਕਰਮ ਭੋਗਣ ਵਾਸਤੇ ਉਹਨਾਂ ਜੂਨਾਂ 'ਚ ਪੈ ਗਿਆ, ਉਹ ਜੂਨਾਂ ਭੋਗ ਰਿਹਾ। ਹੁਣ ਆਪਾਂ ਇੱਕ ਚੀਜ਼ ਦੀ ਉਦਾਹਰਨ ਲਈਏ ਕਿ 1 ਜੂਨ ਦੀ 1 ਸਾਲ ਉਮਰ ਲਾ ਲਓ ਤੁਸੀਂ, ਹਾਲਾਂਕਿ ਉਮਰ ਤਾਂ ਬਹੁਤ ਜ਼ਿਆਦਾ ਹੁੰਦੀ ਹੈ, ਜੇ ਮਤਲਬ ਮਨੁੱਖ ਦੀ ਉਮਰ ਹੈ 60 65 70 80 100 ਤੋਂ ਉੱਤੇ ਵੀ ਟੱਪ ਜਾਂਦੇ ਨੇ, ਜਾਂ ਜਾਨਵਰ ਦੀ ਉਮਰ ਹੈਗੀ ਹੈ 5 7 10 ਸਾਲ, ਉਹ ਟੱਪ ਜਾਂਦੇ ਨੇ, ਪਰ ਆਪਾਂ 1 ਸਾਲ ਦੀ ਉਮਰ ਲਾਉਂਦੇ ਹਾਂ ਕਿ 1 ਜੂਨ ਦੀ 1 ਸਾਲ ਦੀ ਉਮਰ ਹੈ। ਔਰ ਬਾਕੀ ਜਿੰਨੀਆਂ ਜੂਨਾਂ ਨੇ ਉਹਨਾਂ ਤਕਰੀਬਨ ਉਹ ਨਰਕ ਦੇ ਵਿੱਚ ਹੀ ਗਿਣਦੇ, ਕਿਉਂਕਿ ਮਨੁੱਖੀ ਜਾਮਾ ਜਿਹੜਾ ਹੈਗਾ ਇਹਨੂੰ ਹੀ ਸਭ ਤੋਂ ਵੱਧ ਵਧੀਆ ਅਤੇ ਪਵਿੱਤਰ ਗਿਣਦੇ। ਹੁਣ ਉਹ 1 ਸਾਲ ਦੇ ਵਿੱਚ 1 ਜੂਨ ਦੇ ਵਿੱਚ ਉਹਨੇ 1 ਸਾਲ ਗੁਜ਼ਾਰਿਆ, 84 ਲੱਖ ਜੂਨਾਂ ਦੇ ਵਿੱਚ ਉਹਨੇ 84 ਲੱਖ ਸਾਲ ਮਤਲਬ ਉਹਦੀ ਸਜ਼ਾ ਭੋਗ ਲਈ, ਜਿਹੜੀ ਉਹਨੇ ਮਨੁੱਖੀ ਜਾਮੇ ਦੇ ਵਿੱਚ ਕੀਤੀ ਸੀ। ਔਰ 84 ਲੱਖ ਸਾਲ ਸਜ਼ਾ ਭੋਗਣ ਤੋਂ ਬਾਅਦ ਉਹਨੂੰ ਮਨੁੱਖੀ ਜਾਮਾ ਦੁਬਾਰਾ ਮਿਲ ਗਿਆ। ਪਰ ਹੋਇਆ ਕੀ, ਮਨੁੱਖੀ ਜਾਮੇ ਦੇ ਵਿੱਚ ਆ ਕੇ ਉਹ ਫੇਰ ਦੁਖੀ ਹੈ, ਉਹ ਸਿਹਤ ਪੱਖੋਂ ਦੁਖੀ ਹੈ, ਉਹ ਆਰਥਿਕ ਪੱਖੋਂ ਦੁਖੀ ਹੈ, ਉਹ ਪਰਿਵਾਰਕ ਪੱਖੋਂ ਦੁਖੀ ਹੈ, ਦੁੱਖ ਹੀ ਦੁੱਖ ਨੇ ਚਾਰ ਚੁਫੇਰੇ। ਤਾਂ ਫਿਰ ਉਸ ਮਨੁੱਖੀ ਜਾਮੇ ਨੂੰ ਸੁੱਖ ਕਿਉਂ ਨਹੀਂ ਮਿਲਿਆ? ਜਦੋਂ ਕਿ ਉਹਦੀ ਪਹਿਲੇ ਮਨੁੱਖੀ ਜਾਮੇ ਦੀ ਸਜ਼ਾ ਦਾ ਭੋਗ ਹੈ, ਉਹ 84 ਲੱਖ ਸਾਲ ਭੋਗਿਆ ਆ, ਤੇ ਫਿਰ ਅੱਜ ਜਿਹੜਾ ਇੱਥੇ ਪ੍ਰਸਾਰਾ ਜੋ ਕੁਛ ਵਾਪਰ ਰਿਹਾ, ਲੋਕ ਭੁੱਖ ਨਾਲ ਮਰ ਰਹੇ ਆ, ਲੋਕ ਬਿਮਾਰੀਆਂ ਨਾਲ ਮਰ ਰਹੇ ਆ, ਲੋਕ ਹਵਾ ਬਿਨਾਂ ਮਰ ਰਹੇ ਆ, ਲੋਕ ਫੁੱਟਪਾਥਾਂ 'ਤੇ ਸੌਂ ਰਹੇ ਆ, ਉਹਨਾਂ ਦੇ ਪਹਿਨਣ ਨੂੰ ਤਨ 'ਤੇ ਪਹਿਨਣ ਵਾਸਤੇ ਪੂਰਾ ਕੱਪੜਾ ਨਹੀਂ ਹੈ, ਖਾਣ ਲਈ ਪੂਰੀ ਰੋਟੀ ਨਹੀਂ ਹੈ, ਫਿਰ ਉਹ ਕਾਹਦਾ ਦੁੱਖ ਭੋਗ ਰਿਹਾ ਹੈ? ਕਿਉਂਕਿ ਪਿਛਲੇ ਜਨਮ ਜਿਹੜੇ ਨੇ ਪਾਪ ਕੀਤੇ ਸੀਗੇ, ਉਹਦਾ ਦੁੱਖ ਤਾਂ ਭੋਗਿਆ, 84 ਲੱਖ ਜੂਨਾਂ ਭੋਗਿਆ ਉਹ। ਤਾਂ ਫਿਰ ਪੂਰਾ ਸੰਸਾਰ, ਪੂਰੇ ਲੋਕ ਪੂਰੀ ਤਰ੍ਹਾਂ ਸੁਖੀ ਹੋਣੇ ਚਾਹੀਦੇ ਸੀਗੇ। ਸੋ ਇਹ ਫਲਸਫਾ ਬਹੁਤ ਲੰਮਾ ਪਿਆ, ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਹੈ, ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਾਰਾ ਕੁਛ ਇਹਨਾਂ ਵਿਹਲੜ ਲੋਕਾਂ ਨੇ ਸਿਰਜਿਆ ਹੋਇਆ। ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ, ਇੱਕ ਸੈੱਲ ਅਸੀਂ ਮਾਂ ਦਾ ਲਿਆ, ਇੱਕ ਸੈੱਲ ਅਸੀਂ ਪਿਓ ਦਾ ਲਿਆ। 9 ਮਹੀਨੇ ਮਾਂ ਦੇ ਪੇਟ ਦੇ ਵਿੱਚ ਅਸੀਂ ਵਿਕਸਿਤ ਹੁੰਦੇ ਰਹੇ, ਪਲਦੇ ਰਹੇ। 9 ਮਹੀਨਿਆਂ ਬਾਅਦ ਅਸੀਂ ਇਸ ਧਰਤੀ 'ਤੇ ਆਏ, ਇਸ ਸੰਸਾਰ 'ਚ ਆਏ, ਤੇ ਉਸ ਤੋਂ ਬਾਅਦ ਅਸੀਂ 60 ਸਾਲ 70 ਸਾਲ 80 ਸਾਲ 100 ਸਾਲ, ਚਲੋ ਇਹ ਵੱਖਰੀ ਗੱਲ ਹੈ ਵੀ ਕੁਛ ਜਨਮ ਲੈਂਦੇ ਹੀ ਮਰ ਜਾਂਦੇ ਨੇ, ਕੋਈ 18 ਸਾਲ ਦਾ 20 ਸਾਲ ਨੌਜਵਾਨੀ ਦੀ ਉਮਰ 'ਚ ਮਰ ਜਾਂਦੇ ਨੇ, ਲੇਕਿਨ ਉਹਦੇ ਪਿੱਛੇ ਵੀ ਕੋਈ ਕਾਰਨ ਹੈ। ਤਾਂ ਇਹ ਗੱਲਾਂ ਸਾਨੂੰ ਸੋਚਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਜੋ ਕੁਛ ਇਹ ਲੋਕ ਸਾਨੂੰ ਕਹਿ ਰਹੇ ਨੇ ਉਹ ਕੀ ਸੱਚ ਕਹਿ ਰਹੇ ਨੇ। ਅਸੀਂ ਤਾਂ ਹੀ ਸਮਝਾਂਗੇ ਜੇ ਅਸੀਂ ਇਹਨਾਂ ਗੱਲਾਂ ਦੇ ਤਰਕ ਕਰਾਂਗੇ। ਤਰਕ ਕਰਨ ਦੀ ਲੋੜ ਹੈ। ਅਸੀਂ ਇਹੀ ਗੱਲ ਕਹਿੰਦੇ ਹਾਂ ਵੀ ਕਿਤੇ ਜਾਣਾ ਨਹੀਂ, ਕਿਤੇ ਆਉਣਾ ਨਹੀਂ, ਅਸੀਂ ਇਸ ਧਰਤੀ ਤੋਂ, ਇਸ ਵਾਤਾਵਰਨ ਦੇ ਵਿੱਚੋਂ ਜਿਹੜਾ ਇਹ ਸਾਡਾ ਮੌਜੂਦਾ ਸਰੀਰ ਪਿਆ ਹੈਗਾ, ਜੋ ਕੁਛ ਹੈਗਾ, ਅਸੀਂ ਇੱਥੋਂ ਹੀ ਲਿਆ ਹੈ, ਅਤੇ ਇੱਥੇ ਇਹਦੇ ਵਿੱਚ ਜਜ਼ਬ ਹੋ ਜਾਣਾ। ਇਹਨੇ ਇਦੋਂ ਗਾਹਾਂ ਕਿਤੇ ਨਹੀਂ ਜਾਣਾ, ਕਿਸੇ ਨੇ ਲੇਖਾ ਨਹੀਂ ਲੈਣਾ। ਜਿਹੜਾ ਕਿ ਉੱਤੇ ਕੋਈ ਕਹਿੰਦੇ ਜੀ ਧਰਮਰਾਜ ਬੈਠਾ ਹੈ ਜੀ, ਉਹ ਵਿਆਹ ਮਾਤਾ ਬੈਠੀ, ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਕਹਿ ਚੁੱਕਿਆ ਗਾ
ਵੀ ਭਾਈ ਫਿਰ ਜੇ ਵਿਆਹ ਮਾਤਾ ਨੇ ਸਾਡੇ ਮੱਥੇ ਦੇ ਕਰਮ ਲਿਖੇ ਹੈਗੇ ਆ ਤੇ ਜੋ ਕੁਝ ਲਿਖੇ ਹੈਗੇ ਆ, ਕਿਸੇ ਦੇ ਮੱਥੇ 'ਤੇ ਚੋਰ ਲਿਖਦਾ ਉਹ ਚੋਰੀਆਂ ਕਰੀ ਜਾਂਦਾ, ਕਿਸੇ ਦੇ ਮੱਥੇ 'ਤੇ ਡਾਕਾ ਲਿਖਦਾ ਉਹ ਡਾਕਾ ਹੀ ਮਾਰੀ ਜਾਂਦਾ, ਤੇ ਕੋਈ ਬਲਾਤਕਾਰ ਲਿਖਦਾ ਉਹ ਬਲਾਤਕਾਰ ਕਰੀ ਜਾਂਦਾ, ਹੋਰ ਜੋ ਸਾਰਾ ਕੁਛ ਕਰੀ ਜਾਂਦਾ ਹੈਗਾ। ਫਿਰ ਉਹ ਕਰੀ ਜਾਂਦਾ, ਉਹ ਕਰਨ ਦੇ ਉਹਨੂੰ, ਕਿਉਂਕਿ ਉਹ ਵਿਅਕਤੀ ਦਾ ਕੁਛ ਨਹੀਂ ਕਰ ਰਿਹਾ ਨਾ, ਉਹਦੇ ਜਿਹੜੇ ਕਰਮ ਜਿਹੜਾ ਕਰ ਰਿਹਾ ਉਹ ਤਾਂ ਵਿਆਹ ਮਾਤਾ ਨੇ ਲਿਖ ਕੇ ਭੇਜਿਆ, ਉਹ ਕਰ ਰਿਹਾ ਉਹ। ਤੇ ਜੇ ਕੋਈ ਲੇਖਾ ਹੈਗਾ ਫਿਰ ਭਾਈ ਉਹ ਵਿਆਹ ਮਾਤਾ ਤੋਂ ਲਵੇ ਜਾ ਕੇ ਧਰਮਰਾਜ। ਸੋ ਇਹ ਗੱਲਾਂ ਸੋਚਣ ਦੀ ਲੋੜ ਹੈ। ਆਖਰ ਦੇ ਵਿੱਚ ਇੱਕੋ ਗੱਲ ਮੈਂ ਫੇਰ ਕਹਿਣਾ ਚਾਹੁੰਦਾ ਕਿ ਜਿਹੜੇ ਬਾਬੇ ਕਹਿੰਦੇ ਨੇ ਵੀ ਅਸੀਂ ਪ੍ਰਾਰਥਨਾ, ਅਸੀਂ ਅਰਦਾਸ, ਅਸੀਂ ਦੁਆ, ਅਸੀਂ ਬੇਨਤੀ ਕਰਕੇ ਤੁਹਾਨੂੰ ਫਿਜ਼ੀਕਲੀ ਤੌਰ ਦੇ ਉੱਤੇ, ਸਰੀਰਕ ਤੌਰ 'ਤੇ ਅਹਿਸਾਸ ਕਰਵਾ ਸਕਦੇ ਹਾਂ ਜਾਂ ਕੋਈ ਨੁਕਸਾਨ ਪਹੁੰਚਾ ਸਕਦੇ ਹਾਂ, ਤਾਂ ਉਹ ਜੋ ਵੀ ਕਰਦਾ ਹੈ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਪੂਰੀ ਦੁਨੀਆ ਦੇ ਵਿੱਚ, ਪੂਰੀ ਵਰਲਡ ਦੇ ਵਿੱਚ, ਤਾਂ ਉਹ ਇਸ ਗੱਲ ਦਾ ਦਾਅਵਾ ਕਰੇ, ਜਨਤਕ ਤੌਰ 'ਤੇ ਆ ਕੇ ਦਾਅਵਾ ਕਰੇ ਵੀ ਭਾਈ ਮੈਂ ਤੁਹਾਨੂੰ ਫਿਜ਼ੀਕਲੀ, ਤੁਹਾਡੇ ਸਰੀਰਕ ਤੌਰ ਦੇ ਉੱਤੇ ਆਹ ਨੁਕਸਾਨ ਪਹੁੰਚਾਊਂਗਾ ਆਪਦੀ ਭਗਤੀ ਨਾਲ, ਆਪਦੀ ਸ਼ਕਤੀ ਨਾਲ, ਇੰਨੇ ਘੰਟਿਆਂ ਦੇ ਵਿੱਚ, ਇੰਨੇ ਦਿਨਾਂ ਦੇ ਵਿੱਚ, ਔਰ ਆਹ ਨੁਕਸਾਨ ਵੀ ਮੈਂ ਤੇਰਾ ਐਕਸੀਡੈਂਟ ਕਰਵਾਊਂਗਾ, ਤੈਨੂੰ ਮੈਂ ਹਾਰਟ ਅਟੈਕ ਕਰਵਾਊਂਗਾ, ਜਾਂ ਮੈਂ ਤੇਰੇ ਕੋਈ ਹੋਰ ਬਿਮਾਰੀ ਦਾ ਰੋਗ ਲਾਊਂਗਾ ਵੀ ਜਿਹੜੀ ਬਿਮਾਰੀ ਤੇਰੀ ਡਾਕਟਰ ਤੋਂ ਵੀ ਠੀਕ ਨਾ ਹੋਵੇ, ਤੇਰੀ ਬਿਮਾਰੀ ਦਾ ਕੋਈ ਇਲਾਜ ਹੀ ਨਾ ਹੋਵੇ, ਮੈਂ ਇਹੋ ਜਿਹੀ ਬਿਮਾਰੀ ਲਾਊਂਗਾ ਜਿਹਦਾ ਇਲਾਜ ਹੀ ਨਾ ਹੋਵੇ ਦੁਨੀਆ ਦੇ ਵਿੱਚ। ਕੋਈ ਵੀ ਇਹੋ ਜਿਹਾ ਦਾਅਵਾ ਕਰਦਾ ਹੈ, ਕੋਈ ਲਿਖਤੀ ਤੌਰ 'ਤੇ ਦਾਅਵਾ ਕਰਦੇ ਵੀ ਭਾਈ ਮੈਂ ਆਹ ਨੁਕਸਾਨ ਪਹੁੰਚਾਊਗਾ, ਅਸੀਂ ਉਹ ਚੈਲੰਜ ਸਵੀਕਾਰ ਕਰਨ ਲਈ ਤਿਆਰ ਹੈ। ਕੋਈ ਵੀ ਬਾਬਾ, ਸਾਧ, ਤਾਂਤਰਿਕ, ਜੋ ਸੀ, ਜੋ ਵੀ ਹੈ, ਜੋ ਇਹ ਦਾਅਵਾ ਕਰਦਾ ਹੈ। ਸੋ ਮੈਂ ਆਪਣੇ ਲੋਕਾਂ ਨੂੰ, ਆਪਣੇ ਦੇਸ਼ ਨੂੰ, ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜਸਵੀਰ ਸੋਨੀ, ਚੋਣ ਮਾਨਸਾ, ਮੈਂ ਇਹ ਬੇਨਤੀ ਕਰਦਾ ਵੀ ਤਰਕ ਨਾਲ ਸੋਚਣਾ ਸ਼ੁਰੂ ਕਰੋ। ਬਹੁਤ ਸਦੀਆਂ ਹੋ ਗਈਆਂ, ਸਾਡੇ ਪਿਓ, ਦਾਦੇ, ਪੜਦਾਦੇ, ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਇਹ ਧੰਦ ਪਿੱਟਦਿਆਂ ਨੂੰ ਲੰਘ ਗਏ, ਗੁਰਬਤ ਦੀ ਜ਼ਿੰਦਗੀ ਜਿਉਂਦਿਆਂ ਨੂੰ ਲੰਘ ਗਏ। ਅੱਜ ਵਿਗਿਆਨ ਦਾ ਯੁੱਗ ਹੈ, ਅੱਜ ਸਾਇੰਸ ਦਾ ਯੁੱਗ ਹੈ। ਇਹਨਾਂ ਪਖੰਡੀਆਂ ਵਿਹਲੜਾਂ ਦੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਨੂੰ ਆਪਾਂ ਅਜਾਈ ਨਾ ਗਵਾਈਏ। ਸਾਡੇ ਕੋਲ ਅਸੀਂ ਇਸ ਧਰਤੀ 'ਤੇ ਆਏ ਹਾਂ, ਸਾਡੇ ਕੋਲ ਸਰੀਰ ਹੈ, ਠੀਕ ਹੈ, ਅਤੇ ਇਹਨੂੰ ਅਸੀਂ ਵਧੀਆ ਢੰਗ ਨਾਲ ਆਪਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਹਨੂੰ ਜੀਈਏ। ਅਤੇ ਵਧੀਆ ਢੰਗ ਨਾਲ ਅਸੀਂ ਤਾਂ ਜਾਵਾਂਗੇ ਜੇਕਰ ਸਾਡੇ ਕੋਲ ਤਰਕ ਹੋਊਗਾ, ਸਾਡੇ ਕੋਲ ਵਿਗਿਆਨਕ ਸੋਚਾਂ ਹੋਣਗੀਆਂ, ਅਸੀਂ ਇਹਨਾਂ ਗੱਲਾਂ ਦੇ ਕਿੰਤੂ ਕਰਾਂਗੇ ਤਾਂ ਅਸੀਂ ਵਧੀਆ ਢੰਗ ਨਾਲ ਜ਼ਿੰਦਗੀ ਜਿਉ ਸਕਦੇ ਹਾਂ। ਸੋ ਦੋਸਤੋ, ਇਹਦੇ ਲਈ ਜ਼ਰੂਰੀ ਹੈਗਾ ਤਰਕ ਵਿਚਾਰ ਨੂੰ ਅਪਣਾਉਣਾ। ਸੋ ਮੈਂ ਪਹਿਲਾਂ ਵੀ ਕਾਫੀ ਕੁਛ ਮੈਂ ਕਹਿ ਚੁੱਕਿਆ ਉਹਨਾਂ ਬਾਬਿਆਂ ਬਾਰੇ, ਅਤੇ ਆਖਰ ਦੇ ਵਿੱਚ ਫਿਰ ਹੈਗਾ ਵੀ ਕੋਈ ਵੀ ਜਿਹੜਾ ਇਹ ਗੱਲ ਕਹਿੰਦਾ ਹੈਗਾ ਵੀ ਮੈਂ ਆਪਦੀ ਭਗਤੀ ਸ਼ਕਤੀ ਨਾਲ ਜੋ ਕੁਛ ਮੈਂ ਕਰ ਸਕਦਾ ਹੈਗਾ ਉਹ ਸਾਨੂੰ ਕਰਕੇ ਦਿਖਾ ਦੇ। 37 ਸਾਲਾਂ ਤੋਂ ਅਸੀਂ ਇਹ ਚੈਲੰਜ ਕੀਤਾ ਹੋਇਆ ਹੈਗਾ, ਅਤੇ ਅੱਜ ਵੀ ਸਾਡਾ ਚੈਲੰਜ ਬਰਕਰਾਰ ਹੈਗਾ, ਉਹ ਕਰਕੇ ਦਿਖਾ ਦੇ, ਅਸੀਂ ਉਹਨੂੰ 5 ਲੱਖ ਰੁਪਏ ਦਾ ਇਨਾਮ ਦੇਵਾਂਗੇ। ਸੋ ਸੋਚੋ, ਵਿਚਾਰੋ, ਪਰਖੋ, ਫਿਰ ਵਿਸ਼ਵਾਸ ਕਰੋ। ਬਹੁਤ ਬਹੁਤ ਧੰਨਵਾਦ। To rational thinking, subscribe our Tarkshil TV channel now. For instant updates of new videos, don't